ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਚੇਤਨ ਭਾਰਤ ਲਰਨਿੰਗ ਐਂਡ ਵੈਲਕਮ ਬੈਕ ਟੂ ਆਰ ਮੈਰਾਥਨ MCQ ਸੀਰੀਜ਼ ਫॉर ਪੰਜਾਬ ਜੀਕੇ। ਨਾ ਕੱਲ ਨੂੰ ਤੁਸੀਂ ਅਸ਼ਮੀਤ ਸਰ ਨਾਲ ਲੈਕਚਰ ਲਾ ਲਿਆ ਹੋਣਾ, ਉਸ ਤੋਂ ਪਹਿਲਾਂ ਮੇਰੇ ਨਾਲ ਤੁਸੀਂ ਸੈਸ਼ਨ ਲਾਇਆ ਸੀ। ਤੁਹਾਨੂੰ ਪਤਾ ਇਸ ਸੀਰੀਜ਼ ਦੇ ਵਿੱਚ ਅਸੀਂ ਕੀ ਕਰ ਰਹੇ ਹਾਂ? ਡੇਲੀ ਅਸੀਂ ਤੁਹਾਨੂੰ ਪੰਜਾਬ ਜੀਕੇ ਤੋਂ ਸੰਬੰਧਿਤ 10 ਤੋਂ 15 MCQs ਕਰਾਣੇ ਆ, ਠੀਕ ਹੈ। ਤੇ ਮੇਰੀ ਰਿਕੁਐਸਟ ਹੈ ਕਿ ਤੁਸੀਂ ਇਸ ਲੈਕਚਰ ਸੀਰੀਜ਼ ਨੂੰ ਆਪਣੇ ਡੇਲੀ ਰੂਟੀਨ ਦਾ ਹਿੱਸਾ ਜ਼ਰੂਰ ਬਣਾਓ। ਦਿਨ ਦੇ ਤੁਹਾਨੂੰ ਬਸ 20 ਮਿੰਟ ਕੱਢਣੇ ਆ, ਬਟ ਡੇਲੀ ਰੂਟੀਨ ਦਾ ਜੇ ਤੁਸੀਂ ਇਸ ਨੂੰ ਹਿੱਸਾ ਬਣਾ ਲਓਗੇ ਤਾਂ ਤੁਹਾਡੀ MCQ ਪ੍ਰੈਕਟਿਸ ਵੀ ਹੋ ਜਾਣੀ ਹੈ ਫॉर ਵੇਰੀਅਸ ਐਗਜ਼ਾਮੀਨੇਸ਼ਨਸ ਤੇ ਨੌਲੇਜ ਵੀ ਮਿਲ ਜਾਣੀ ਹੈ ਤੁਹਾਨੂੰ, ਠੀਕ ਹੈ। ਜੀਕੇ ਦਾ ਪੋਰਸ਼ਨ ਵੀ ਕਵਰ ਕਰ ਲੈਣਾ ਤੁਸੀਂ। ਤੇ ਪੰਜਾਬ ਜੀਕੇ ਅਸੀਂ ਚੂਜ਼ ਕਾਹਨੂੰ ਕੀਤਾ ਹੈ? ਬਿਕਾਜ਼ ਪੰਜਾਬ ਜੀਕੇ ਤਕਰੀਬਨ ਕੀ ਸਾਰੇ ਪੰਜਾਬ ਗਵਰਨਮੈਂਟ ਜੌਬਸ ਐਗਜ਼ਾਮੀਨੇਸ਼ਨ ਦੇ ਵਿੱਚ ਮੈਂਡੇਟਰੀ ਹੈ, ਠੀਕ ਹੈ। ਇਸੇ ਕਰਕੇ ਇਹ ਵਾਲਾ ਜਿਹੜਾ ਪੋਰਸ਼ਨ ਹੈ ਪੰਜਾਬ ਜੀਕੇ ਦਾ ਜਿਹੜਾ ਪੋਰਸ਼ਨ ਹੈ ਉਹ ਅਸੀਂ ਤੁਹਾਡਾ ਪੱਕਾ ਕਰਾਣਾ ਹੈ। ਤਾਂ ਇਸੇ ਕਰਕੇ ਅਸੀਂ ਐਵਰੀ ਡੇ 10 ਤੋਂ 15 MCQs ਤੁਹਾਡੇ ਨਾਲ ਸਾਂਝੇ ਕਰਨੇ ਆ, ਉਹਨਾਂ ਨੂੰ ਸੋਲਵ ਕਰਨਾ ਹੈ ਤੇ ਉਹਨਾਂ ਤੋਂ ਸੰਬੰਧਿਤ MCQs ਤੋਂ ਸੰਬੰਧਿਤ ਐਕਸਟਰਾ ਜਿਹੜੀ ਇਨਫੋਰਮੇਸ਼ਨ ਸਾਨੂੰ ਲੱਗਦਾ ਕਿ ਤੁਹਾਡੇ ਲਈ ਜ਼ਰੂਰੀ ਹੈ ਉਹ ਅਸੀਂ ਤੁਹਾਨੂੰ ਦੇ ਦੇਣੀ ਹੈ, ਠੀਕ ਹੈ। ਤਾਂ I will repeat this again, make this lecture series a part of your daily routine every day in the evening. Alright, ਚਲੋ ਫਿਰ without further ado ਬਿਨਾਂ ਕਿਸੇ ਦੇਰੀ ਦੇ ਅਸੀਂ ਸਟਾਰਟ ਕਰਦੇ ਹਾਂ ਆਪਣੀ ਇਹ ਲੈਕਚਰ ਸੀਰੀਜ਼ ਤੇ ਇਸ ਅੱਜ ਦਾ ਲੈਕਚਰ, ਠੀਕ ਹੈ। ਪਹਿਲਾ ਕੁਐਸਚਨ ਨੰਬਰ 1। ਥੋੜੇ ਬਹੁਤੇ ਇਸ ਵਾਰੀ ਮੈਂ ਬਜਟ ਦੇ ਤੇ ਇਕਨੋਮੀ ਦੇ ਕੁਐਸਚਨਸ ਪਾਏ ਹਨ, ਠੀਕ ਹੈ, ਪੰਜਾਬ ਦੇ ਹੀ। As per ਪੰਜਾਬ ਬਜਟ 2023-24 ਜਿਹੜਾ ਲੇਟੈਸਟ ਸੀਗਾ, which of the following contributes the most towards ਪੰਜਾਬ ਗਵਰਨਮੈਂਟਸ receipts? ਪੰਜਾਬ ਸਰਕਾਰ ਨੂੰ ਜਿੱਥੋਂ ਵੀ ਪੈਸਾ ਆ ਰਿਹਾ ਹੈ, ਠੀਕ ਹੈ, ਸਭ ਤੋਂ ਵੱਧ ਪੈਸਾ ਕਿਸ ਖੇਤਰ ਤੋਂ ਆ ਰਿਹਾ ਹੈ, ਠੀਕ ਹੈ। 4 ਆਪਸ਼ਨਸ ਦਿੱਤੀ ਗਈਆਂ ਤੁਹਾਨੂੰ। grants in aid from central government, Punjab share in central taxes, states own tax revenue, debt taken by Punjab government, ठीक है। ये सारे जेडे options हैगे हैं, these are options or these are sectors from which Punjab government is getting money. Punjab government ਨੂੰ money ਆ ਰਿਹਾ है, पैसा आ रहा है, ठीक है। सेंट्रल गवर्नमेंट तो ग्रांट्स आ रही ने। अच्छा, जिन्ना भी सेंट्रल गवर्नमेंट पैसा कलेक्ट कर दी है थ्रू टैक्सेस ਉਸ ਦੇ ਵਿੱਚ ਪੰਜਾਬ ਦਾ ਵੀ ਕੁਝ ਸ਼ੇਅਰ ਹੈ, ਤਾਂ ਉਹ ਸ਼ੇਅਰ ਦੀ ਕੰਟਰੀਬਿਊਸ਼ਨ ਜ਼ਿਆਦਾ ਹੈ। ਪੰਜਾਬ ਸਰਕਾਰ ਦੇ ਆਪਣੇ ਜਿਹੜੇ ਟੈਕਸਿਸ ਹੈ ਉਹਨਾਂ ਤੋਂ ਜਿਹੜਾ ਰੈਵਨਿਊ ਆ ਰਿਹਾ ਹੈ, ਰਸੀਦਾਂ ਆ ਰਹੀਆਂ ਉਹ ਤੇ ਡੈਟ ਟੇਕਨ ਬਾय ਪੰਜਾਬ ਗਵਰਨਮੈਂਟ। ਨਾਓ ਇਸ ਕੁਐਸਚਨ ਦਾ ਆਨਸਰ ਕੀ ਹੈ? ਇਸ ਕੁਐਸਚਨ ਦਾ ਆਨਸਰ ਹੈ C। That means ਪੰਜਾਬ ਗਵਰਨਮੈਂਟ ਨੂੰ ਸਭ ਤੋਂ ਵੱਧ ਪੈਸਾ ਆ ਰਿਹਾ ਹੈ ਸਟੇਟਸ ਓਨ ਟੈਕਸ ਰੈਵਨਿਊ। ਤੇ ਮੈਂ ਤੁਹਾਡੇ ਨਾਲ ਨਾ ਇਸ ਵਾਰ ਦੇ ਬਜਟ ਦਾ ਇੱਕ ਗ੍ਰਾਫਿਕ ਸਾਂਝਾ ਕਰ ਰਿਹਾ, ਠੀਕ ਹੈ। ਇਹ ਤੁਹਾਨੂੰ ਇੱਕ ਗ੍ਰਾਫਿਕ ਦਿਖ ਰਿਹਾ ਹੋਣਾ ਹੈ ਨਾ। ਇਸ ਦੇ ਵਿੱਚ ਤੁਸੀਂ ਧਿਆਨ ਨਾਲ ਦੇਖਿਓ ਕਿ ਇਹ ਜਿਹੜਾ ਗ੍ਰੀਨ ਵਾਲਾ ਪੋਰਸ਼ਨ ਹੈ ਇਹ ਹੈਗਾ ਸਟੇਟਸ ਓਨ ਟੈਕਸ ਰੈਵਨਿਊ। ਇਸ ਦਾ ਸ਼ੇਅਰ ਸਭ ਤੋਂ ਵੱਧ ਹੈ 27%, ਠੀਕ ਹੈ। ਫਿਰ ਆਪਣਾ ਆ ਜਾਂਦਾ ਪਬਲਿਕ ਡੈਟ, ਫਿਰ ਵੇਜ਼ ਐਂਡ ਮੀਨਸ ਐਡਵਾਂसेस, ਫਿਰ ਸ਼ੇਅਰ ਆਫ ਸੈਂਟਰਲ ਟੈਕसेस ਦੇਖੋ ਕਿੰਨਾ ਘੱਟ ਹੈ, ਤੇ ਗ੍ਰਾਂਟਸ ਇਨ ਏਡ ਫਰਮ ਸੈਂਟਰ ਸਭ ਤੋਂ ਘੱਟ ਹੈ, ਠੀਕ ਹੈ। ਤਾਂ ਤੁਸੀਂ ਦੇਖ ਸਕਦੇ ਹੋ ਸਭ ਤੋਂ ਵੱਧ ਸ਼ੇਅਰ ਹੈਗਾ ਇਹ ਗ੍ਰੀਨ ਵਾਲੇ ਪੋਰਸ਼ਨ ਦਾ, ਤੇ ਗ੍ਰੀਨ ਵਾਲਾ ਪੋਰਸ਼ਨ ਆਪਣਾ ਹੈਗਾ ਸਟੇਟਸ ਓਨ ਟੈਕਸ ਰੈਵਨਿਊ। ਹੁਣ ਤੁਸੀਂ ਪਤਾ ਕੀ ਕਰਨਾ ਹੈ? ਤੁਸੀਂ ਇਹ ਸਾਰੇ ਜਿਹੜੇ ਆਪਸ਼ਨਸ ਹੈਗੇ ਇਹਨਾਂ ਨੂੰ ਇੰਕਰੀਜ਼ਿੰਗ ਡਿਕਰੀਜ਼ਿੰਗ ਆਰਡਰ ਦੇ ਵਿੱਚ ਲਾ ਕੇ ਆਪਣੀ ਸ਼ੀਟ ਦੇ ਵਿੱਚ ਜਾਂ ਕਿਤੇ ਟਾਈਪ ਕਰ ਲਓ, ਠੀਕ ਹੈ। ਤੁਹਾਨੂੰ ਇਹ ਇੰਕਰੀਜ਼ਿੰਗ ਡਿਕਰੀਜ਼ਿੰਗ ਆਰਡਰ ਪਤਾ ਹੋਣਾ ਚਾਹੀਦਾ ਇਹ ਸਾਰੀਆਂ ਚੀਜ਼ਾਂ ਦਾ, ਠੀਕ ਹੈ। ਟੌਪ ਦੇ ਵਿੱਚ ਹੈਗਾ ਆਪਣਾ ਸਟੇਟਸ ਓਨ ਟੈਕਸ ਰੈਵਨਿਊ, ਤੇ ਸਭ ਤੋਂ ਘੱਟ ਪੰਜਾਬ ਸਰਕਾਰ ਨੂੰ ਪੈਸਾ ਆ ਰਿਹਾ ਨਾਨ ਡੈਟ ਰਿਸੀਟਸ। ਦੇਖੋ ਇਹ ਲਾਲ ਵਾਲਾ ਪੋਰਸ਼ਨ ਸਭ ਤੋਂ ਘੱਟ ਹੈ 1% ਨਾਨ ਡੈਟ ਰਿਸੀਟਸ, ਠੀਕ ਹੈ। ਚਲੋ ਜੀ, ਇਸ ਕੁਐਸਚਨ ਦਾ ਆਪਣਾ ਆਨਸਰ ਹੈਗਾ C। ਯਾਦ ਰੱਖਿਓ ਇਸ ਦੇ ਵਿੱਚ ਪੁੱਛਿਆ ਪੰਜਾਬ ਸਰਕਾਰ ਤੋਂ ਨੂੰ ਪੈਸਾ ਆ ਰਿਹਾ ਹੈ, ਠੀਕ ਹੈ, ਸਭ ਤੋਂ ਵੱਧ ਆ ਰਿਹਾ ਪੰਜਾਬ ਦਾ ਆਪਣਾ ਜਿਹੜਾ ਟੈਕਸ ਹੈਗਾ, ਜਿੱਦਾਂ ਕਿ SGST ਹੈਗਾ ਪੰਜਾਬ ਦਾ, ਸਟੇਟ GST, ਠੀਕ ਹੈ, ਐਕਸਾਈਜ਼ ਪਾਲਿਸੀ ਹੈਗੀ ਹੈ, ਸੇਲਸ ਟੈਕਸ ਹੈਗਾ, ਉਹ ਸਾਰੀਆਂ ਜੀ, ਠੀਕ ਹੈ। ਦੂਜਾ ਕੁਐਸਚਨ ਵੀ ਪੰਜਾਬ ਬਜਟ ਦਾ ਹੀ ਹੈ, ਮੈਂ ਉਹ ਵੀ ਤੁਹਾਡਾ ਕਵਰ ਕਰਾ ਦੇਣਾ। ਐਜ਼ ਪਰ ਪੰਜਾਬ ਬਜਟ 2023-24 ਪੰਜਾਬ ਗਵਰਨਮੈਂਟਸ ਹਾਈਐਸਟ ਐਕਸਪੈਂਡੀਚਰ goes towards which of the following? ਮਤਲਬ ਪੰਜਾਬ ਸਰਕਾਰ ਦਾ ਜਿਹੜਾ ਖਰਚਾ ਹੈਗਾ ਸਭ ਤੋਂ ਵੱਧ ਖਰਚਾ ਪੰਜਾਬ ਸਰਕਾਰ ਕਿਸ ਏਰੀਆ ਦੇ ਵਿੱਚ ਕਰ ਰਹੀ ਹੈ? ਰੈਵਨਿਊ ਐਕਸਪੈਂਡੀਚਰ, कैपिटल एक्सपेंडिचर, रीपेमेंट ऑफ लोन्स, सैलरीज एंड वेजेस, ठीक है ना। तुसी हमेशा याद रखना पंजाब सरकार दा, वैसे तो तकरीबन भारत सरकार दा भी थे अपना तकरीबन जिन्नियां भी सूबे दियां सरकारां हैं भारत देश दे विच सारियां दा ऑलमोस्ट रेवेन्यू एक्सपेंडिचर ही सब तो वध हुंदा है। तां इस क्वेश्चन दा आंसर हैगा ए।
ਸਭ ਤੋਂ ਵੱਧ ਪੰਜਾਬ ਸਰਕਾਰ ਦਾ ਖਰਚਾ ਹੋ ਰਿਹਾ ਹੈ ਰੈਵਨਿਊ ਐਕਸਪੈਂਡੀਚਰ ਦੇ ਵਿੱਚ। ਤੇ ਇੱਕ ਹੋਰ ਗ੍ਰਾਫਿਕ ਮੈਂ ਤੁਹਾਡੇ ਨਾਲ ਸਾਂਝਾ ਕਰਦਾ, ਇਹ ਆਪਣਾ ਪੰਜਾਬ ਦੇ ਇਸ ਵਾਰ ਦੇ ਬਜਟ ਦੇ ਵਿੱਚ ਹੀ ਆਇਆ ਸੀ। ਇਹ ਡਿਫਰੈਂਟ ਏਰੀਆਜ਼ ਹੈਗੇ ਆ ਜਿੱਥੇ ਪੰਜਾਬ ਸਰਕਾਰ ਖਰਚਾ ਕਰਦੀ ਹੈ। ਜਿੱਦਾਂ ਕਿ ਦੇਖਿਓ ਔਰੇਂਜ ਵਾਲਾ ਪੋਰਸ਼ਨ ਹੈਗਾ ਪੈਨਸ਼ਨਸ ਐਂਡ ਅਦਰ ਰਿਟਾਇਰਮੈਂਟ ਬੈਨੀਫਿਟਸ, ਇਹ ਗ੍ਰੀਨ ਵਾਲਾ ਪੋਰਸ਼ਨ ਹੈ ਕੈਪੀਟਲ ਐਕਸਪੈਂਡੀਚਰ, ਇਹ ਬਿਲਕੁਲ ਮਰੂਨ ਜਿਹਾ ਪੋਰਸ਼ਨ ਹੈ ਲੋਨਸ ਗਿਵਨ ਬਾय ਪੰਜਾਬ ਗਵਰਨਮੈਂਟ, ਪੰਜਾਬ ਸਰਕਾਰ ਲੋਨ ਵੀ ਦਿੰਦੀ ਹੈ। ਫਿਰ ਆ ਦੇਖਿਓ ਅਦਰ ਰੈਵਨਿਊ ਐਕਸਪੈਂਡੀਚਰ, ਬਲੂ ਵਾਲਾ ਪੋਰਸ਼ਨ ਹੈ ਸਭ ਤੋਂ ਵੱਧ, ਠੀਕ ਹੈ। ਫਿਰ ਆਪਣਾ ਹੈਗਾ ਯੈਲੋ ਵਾਲਾ ਪੋਰਸ਼ਨ ਸੈਲਰੀ ਐਂਡ ਵੇजेस, ਫਿਰ ਇੰਟਰਸਟ ਪੇਮੈਂਟਸ, ਫਿਰ ਆਪਣਾ ਰੀਪੇਮੈਂਟ ਆਫ ਪਬਲਿਕ ਡੈਟ, ਜਿੰਨਾ ਕੁ ਕਰਜ਼ਾ ਪੰਜਾਬ ਸਰਕਾਰ ਨੇ ਲਿੱਤਾ ਹੋਇਆ ਹੈ, ਠੀਕ ਹੈ, ਉਹ ਵਾਪਸ ਜਦ ਪੰਜਾਬ ਸਰਕਾਰ ਕਰਦੀ ਹੈ ਉਸ ਨੂੰ ਅਸੀਂ ਰੀਪੇਮੈਂਟ ਆਫ ਪਬਲਿਕ ਡੈਟ ਕਹਿੰਦੇ ਹਾਂ, ਠੀਕ ਹੈ। ਫਿਰ ਉਸ ਤੋਂ ਬਾਅਦ ਰੀਪੇਮੈਂਟ ਆਫ ਵੇਜ਼ ਐਂਡ ਮੀਨਸ ਐਡਵਾਂਸਸ। ਆ ਯਾਦ ਰੱਖਿਓ ਗੱਲ, ਵੇਜ਼ ਐਂਡ ਮੀਨਸ ਐਡਵਾਂਸਸ ਪਤਾ ਕੀ ਹੁੰਦਾ ਹੈ? ਇਹ ਹੁੰਦਾ ਡੈਟ ਹੀ, ਲੋਨ ਹੀ ਹੁੰਦਾ ਹੈ ਜਿਹੜਾ ਆਰਬੀਆਈ ਪ੍ਰੋਵਾਈਡ ਕਰਦੀ ਹੈ ਡਿਫਰੈਂਟ ਸੂਬੇ ਦੀਆਂ ਸਰਕਾਰਾਂ ਨੂੰ। ਤੇ ਪੰਜਾਬ ਸਰਕਾਰ ਜਦ ਆਰਬੀਆਈ ਤੋਂ ਲੋਨ ਲੈਂਦਾ ਹੈ ਤਾਂ ਉਸ ਨੂੰ ਵੇਜ਼ ਐਂਡ ਮੀਨਸ ਐਡਵਾਂਸਸ ਕਹਿੰਦੇ ਆ। ਬਾਕੀ ਥਾਵਾਂ ਤੋਂ ਲੋਨ ਲੈਂਦਾ ਤਾਂ ਉਹ ਪਬਲਿਕ ਡੈਟ ਦੇ ਵਿੱਚ ਆ ਜਾਂਦਾ, ਠੀਕ ਹੈ। ਇਹ ਸਾਰੀਆਂ ਚੀਜ਼ਾਂ ਹੈਗੀਆਂ ਨਾ, ਧਿਆਨ ਦੇ ਵਿੱਚ ਮੇਰੀ ਗੱਲ ਸੁਣਨਾ। ਦੇਖੋ ਪੈਨਸ਼ਨ ਜਿਹੜਾ ਹੈਗਾ ਨਾ ਉਹ ਰੈਵਨਿਊ ਐਕਸਪੈਂਡੀਚਰ ਹੀ ਹੁੰਦਾ ਹੈ, ਠੀਕ ਹੈ, ਰੈਵਨਿਊ ਐਕਸਪੈਂਡੀਚਰ ਦਾ ਹੀ ਪਾਰਟ ਹੈ। ਅਦਰ ਰੈਵਨਿਊ ਐਕਸਪੈਂਡੀਚਰ ਤਾਂ ਰੈਵਨਿਊ ਹੋਣਾ ਹੀ ਹੈ। ਜਿਹੜੇ ਸੈਲਰੀਜ਼ ਹੁੰਦੀਆਂ ਉਹ ਵੀ ਰੈਵਨਿਊ ਐਕਸਪੈਂਡੀਚਰ ਦਾ ਹਿੱਸਾ ਹੁੰਦਾ ਹੈ। ਤੇ ਆਪਣੀ ਇੰਟਰਸਟ ਪੇਮੈਂਟਸ, ਪੰਜਾਬ ਸਰਕਾਰ ਨੇ ਜੋ ਲੋਨ ਲਿਆ ਹੋਇਆ ਹੈ ਉਸ ਲੋਨ ਦੇ ਉੱਤੇ ਜਿਹੜੀ ਇੰਟਰਸਟ ਪੇਮੈਂਟਸ ਕਰ ਰਹੀ ਹੈ ਪੰਜਾਬ ਸਰਕਾਰ, ਉਹ ਵੀ ਰੈਵਨਿਊ ਐਕਸਪੈਂਡੀਚਰ ਹੀ ਹੁੰਦਾ ਹੈ, ਠੀਕ ਹੈ। ਤਾਂ ਇਹ ਰੈਵਨਿਊ ਐਕਸਪੈਂਡੀਚਰ ਹੈ, ਦਿਸ ਇਜ਼ ਰੈਵਨਿਊ ਐਕਸਪੈਂਡੀਚਰ, ਦਿਸ ਇਜ਼ ਰੈਵਨਿਊ ਐਕਸਪੈਂਡੀਚਰ, ਦਿਸ ਇਜ਼ ਰੈਵਨਿਊ ਐਕਸਪੈਂਡੀਚਰ। ਤੇ ਆਪਣਾ ਰੀਪੇਮੈਂਟ ਆਫ ਪਬਲਿਕ ਡੈਟ ਕੈਪੀਟਲ ਐਕਸਪੈਂਡੀਚਰ ਹੈ, ਰੀਪੇਮੈਂਟ ਆਫ ਵੇਜ਼ ਐਂਡ ਮੀਨਸ ਐਡਵਾਂਸਸ ਕੈਪੀਟਲ ਐਕਸਪੈਂਡੀਚਰ, ਤੇ ਅਦਰ ਕੈਪੀਟਲ ਐਕਸਪੈਂਡੀਚਰ ਜਿਸ ਨੂੰ ਅਸੀਂ ਕਹਿੰਦੇ ਆ ਰੋਡਸ ਬ੍ਰਿਜਸ ਤੇ ਪੰਜਾਬ ਸਰਕਾਰ ਖਰਚਾ ਕਰ ਰਹੀ ਹੈ, ਡਿਵੈਲਪਮੈਂਟ ਖਰਚਾ, ਤੇ ਐਡਵਾਂਸਸ ਆਫ ਲੋਨਸ ਇਜ਼ ਆਲਸੋ ਕੈਪੀਟਲ ਐਕਸਪੈਂਡੀਚਰ। ਤਾਂ ਤੁਸੀਂ ਦੇਖ ਸਕਦੇ ਹੋ ਕਿ ਆਰ ਦੀ ਤਾਦਾਦ ਜ਼ਿਆਦਾ ਹੈ, ਆਰ ਇਜ਼ ਅ ਡੋਮੀਨੈਂਟ ਚੰਕ, ਤੇ ਕੈਪੀਟਲ ਐਕਸਪੈਂਡੀਚਰ ਘੱਟ ਹੈਗਾ। ਇਸੇ ਕਰਕੇ ਇਸ ਕੁਐਸਚਨ ਦਾ ਆਨਸਰ ਕੀ ਬਣਦਾ ਹੈ? ਥੋੜਾ ਜ਼ਿਆਦਾ ਟਾਈਮ ਲੈ ਲਿਆ ਅਸੀਂ, ਬਟ ਇਸ ਕੁਐਸਚਨ ਦਾ ਆਨਸਰ ਬਣਦਾ ਹੈ ਏ, ਰੈਵਨਿਊ ਐਕਸਪੈਂਡੀਚਰ। ਤੇ ਤਕਰੀਬਨ ਤੁਸੀਂ ਯਾਦ ਰੱਖਿਓ ਭਾਰਤ ਸਰਕਾਰ ਦਾ ਵੀ ਸਭ ਤੋਂ ਵੱਧ ਐਕਸਪੈਂਡੀਚਰ ਰੈਵਨਿਊ ਐਕਸਪੈਂਡੀਚਰ ਹੁੰਦਾ, ਤੇ ਬਾਕੀ ਆਲਮੋਸਟ ਐਵਰੀ 90% ਜਿੰਨੇ ਵੀ ਸੂਬੇ ਹੈ ਭਾਰਤ ਦੇਸ਼ ਦੇ ਵਿੱਚ ਸਾਰਿਆਂ ਦਾ ਰੈਵਨਿਊ ਐਕਸਪੈਂਡੀਚਰ ਹੀ ਜ਼ਿਆਦਾ ਹੁੰਦਾ ਹੈ, ਠੀਕ ਹੈ। ਚਲੋ ਇਹ ਕਨਸੈਪਚੁਅਲ ਜਿਹਾ ਕੁਐਸਚਨ ਹੈ, ਇਸ ਦੇ ਬਾਰੇ ਵੀ ਪਤਾ ਹੋਣਾ ਚਾਹੀਦਾ ਹੈ। Which of the following expenditure of Punjab government is not classified as committed expenditure? देखो पंजाब सरकार बहुत सारे खर्चे कर रही है, पर पंजाब सरकार दे कुछ खर्चे are classified as committed expenditure। पंजाब सरकार दे कुछ खर्चे कमिटेड एक्सपेंडिचर कहे जाते हैं। कमिटेड का मतलब की है कि ये खर्चे तो करने ही करने हैं, पंजाब सरकार इन्हां तो अपनी जान नहीं छुड़ा सकती। बाकी खर्चे पंजाब सरकार घट वध कर सकती है, पर ये जिहड़े खर्चे हैं पंजाब सरकार दे ये तां करने ही करने हैं, ठीक है। ਉਹ ਖਰਚਿਆਂ ਨੂੰ ਅਸੀਂ ਕਮਿਟਡ ਐਕਸਪੈਂਡੀਚਰ ਕਹਿੰਦੇ ਹਾਂ। ਤਾਂ ਤੁਹਾਡੇ ਤੋਂ ਪੁੱਛਿਆ ਹੋਇਆ ਚਾਰ ਆਪਸ਼ਨਸ ਦੇ ਵਿੱਚ ਕਿਹੜੀ ਆਪਸ਼ਨ ਕਮਿਟਡ ਐਕਸਪੈਂਡੀਚਰ ਦੇ ਵਿੱਚ ਨਹੀਂ ਆਉਣੀ? ਸੈਲਰੀਜ਼ ਐਂਡ ਵੇजेस, ਪੈਨਸ਼ਨ ਐਂਡ ਅਦਰ ਰਿਟਾਇਰਮੈਂਟ ਬੈਨੀਫਿਟਸ, ਗ੍ਰਾਂਟਸ ਗਿਵਨ ਟੂ ਲੋਕਲ ਬੋਡੀਜ਼ ਤੇ ਇੰਟਰਸਟ ਪੇਮੈਂਟਸ। ਤਾਂ ਤੁਸੀਂ ਯਾਦ ਰੱਖਿਓ ਪੰਜਾਬ ਸਰਕਾਰ ਜਾਂ ਕਿਸੇ ਵੀ ਸਰਕਾਰ ਦਾ ਜਿਹੜਾ ਕਮਿਟਡ ਐਕਸਪੈਂਡੀਚਰ ਹੁੰਦਾ ਉਸ ਦੇ ਵਿੱਚ ਕੀ ਆਉਂਦਾ ਹੈ? ਸੈਲਰੀਜ਼ ਆਉਂਦੀਆਂ, ਸੈਲਰੀਜ਼ ਐਂਡ ਵੇजेस, ਪੈਨਸ਼ਨਸ ਆਉਂਦੀਆਂ, ਤੇ ਜੋ ਵੀ ਲੋਨ ਲਿਆ ਹੋਇਆ ਹੈ ਉਸ ਤੇ ਜਿਹੜੀ ਇੰਟਰਸਟ ਪੇਮੈਂਟਸ ਹੈ ਉਹ ਕਮਿਟਡ ਹੈਗੇ, ਕਮਿਟਡ ਹੈ। ਉਹ ਕਮਿਟਡ ਦਾ ਮਤਲਬ ਇਹ ਤਾਂ ਦੇਣੀ ਹੈ। ਸਰਕਾਰੀ ਮੁਲਾਜ਼ਮ ਭਰਤੀ ਕੀਤੇ ਹੈ ਤਾਂ ਉਹਨਾਂ ਦੀ ਸੈਲਰੀ ਤਾਂ ਜਾਊਗੀ, ਉਹ ਰਿਟਾਇਰ ਹੋ ਗਏ ਤਾਂ ਪੈਨਸ਼ਨ ਵੀ ਜਾਣੀ ਹੈ, ਇਹ ਤਾਂ ਕਮਿਟਮੈਂਟ ਹੈ ਤੁਹਾਡੀ। ਤੇ ਲੋਨ ਲਿਆ ਹੋਇਆ ਤਾਂ ਇੰਟਰਸਟ ਤਾਂ ਦੇਣਾ ਹੀ ਹੈ। ਇਹ ਸਾਰੀ ਤੁਹਾਡੀਆਂ ਕਮਿਟਮੈਂਟਸ ਹੈਗੀਆਂ, ਤਾਂ ਇਸ ਨੂੰ ਅਸੀਂ ਕਮਿਟਡ ਐਕਸਪੈਂਡੀਚਰ ਕਹਿੰਦੇ ਆ, ਠੀਕ ਹੈ। ਇਹ ਤੁਸੀਂ ਯਾਦ ਰੱਖਣਾ ਹੈ, ਇਹ ਤਿੰਨ ਹੀ ਹੈ ਕਮਿਟਡ ਐਕਸਪੈਂਡੀਚਰ, ਠੀਕ ਹੈ ਜੀ। ਹਾਂ, ਤੁਹਾਡੇ ਤੋਂ ਇੱਕ ਹੋਰ ਸਵਾਲ ਪੁੱਛ ਸਕਦੇ ਆ ਰਿਲੇਟਡ ਟੂ ਕਮਿਟਡ ਐਕਸਪੈਂਡੀਚਰ। ਉਹ ਤੁਹਾਨੂੰ ਕਹਿ ਸਕਦੇ ਆ ਕਿ ਇਹ ਤਿੰਨ ਕੈਟਾਗਰੀਜ਼ ਨੂੰ ਇੰਕਰੀਜ਼ਿੰਗ ਡਿਕਰੀਜ਼ਿੰਗ ਆਰਡਰ ਦੇ ਵਿੱਚ ਲਾਓ, ਕਿ ਸਭ ਤੋਂ ਵੱਧ ਖਰਚਾ ਪੰਜਾਬ ਸਰਕਾਰ ਦਾ ਕਮਿਟਡ ਐਕਸਪੈਂਡੀਚਰ ਦੇ ਵਿੱਚ ਕਿਹੜੀ ਕੈਟਾਗਰੀ ਦੇ ਵਿੱਚ ਹੁੰਦਾ ਹੈ? ਸੈਲਰੀਜ਼ ਦੇ ਵਿੱਚ, ਪੈਨਸ਼ਨ ਦੇ ਵਿੱਚ ਜਾਂ ਇੰਟਰਸਟ ਪੇਮੈਂਟ ਦੇ ਵਿੱਚ? ਤਾਂ ਤੁਸੀਂ ਇਸ ਚਾਰਟ ਨੂੰ ਧਿਆਨ ਰੱਖਣਾ ਹੈ। ਦੇਖੋ ਬਲੂ ਵਾਲਾ ਜਿਹੜਾ ਟਾਵਰ ਹੈਗਾ ਉਹ ਹੈ ਸੈਲਰੀਜ਼, ऑरेंज वाला टावर अपना हैगा इंटरेस्ट पेमेंट्स, ते ग्रीन वाला टावर अपना हैगा पेंशन। तो तुसी देख सकते हो 2018 तो लैके 2023-24 तक
ਸਭ ਤੋਂ ਵੱਧ ਕਮਿਟਡ ਐਕਸਪੈਂਡੀਚਰ ਦੇ ਵਿੱਚ ਖਰਚਾ ਪੰਜਾਬ ਸਰਕਾਰ ਦਾ ਹੁੰਦਾ ਸੈਲਰੀਜ਼ ਦੇ ਵਿੱਚ, ਉਦੋਂ ਬਾਅਦ ਇੰਟਰਸਟ ਪੇਮੈਂਟਸ ਤੇ ਅਖੀਰ ਦੇ ਵਿੱਚ ਪੈਨਸ਼ਨ। ਇਹ ਇੰਕਰੀਜ਼ਿੰਗ ਡਿਕਰੀਜ਼ਿੰਗ ਆਰਡਰ ਤੁਸੀਂ ਯਾਦ ਰੱਖਣਾ, ਸੈਲਰੀਜ਼ ਐਂਡ ਵੇजेस, ਇੰਟਰਸਟ ਪੇਮੈਂਟਸ ਤੇ ਆਪਣਾ ਪੈਨਸ਼ਨ ਐਂਡ ਅਦਰ ਰਿਟਾਇਰਮੈਂਟ ਬੈਨੀਫਿਟਸ ਸਰਕਾਰੀ ਮੁਲਾਜ਼ਮਾਂ ਨੂੰ। ਕਲੀਅਰ ਜੀ? ਚਲੋ ਅੱਗੇ ਚੱਲਦੇ ਹਾਂ। ਕੁਐਸਚਨ ਨੰਬਰ 4, which of the following article of the constitution, ਸੰਵਿਧਾਨ ਦਾ ਕਿਹੜਾ ਆਰਟੀਕਲ is related to state budget? ਯਾਦ ਰੱਖਿਓ ਦੋ ਬਜਟ ਹੁੰਦੇ ਆ, ਇੱਕ ਤਾਂ ਯੂਨੀਅਨ ਬਜਟ ਹੁੰਦਾ ਹੈ ਜਿਹੜਾ ਕੇਂਦਰ ਦੀ ਸਰਕਾਰ ਦਾ ਹੁੰਦਾ ਹੈ, ਤੇ ਇੱਕ ਹੁੰਦਾ ਸਟੇਟ ਬਜਟ ਜਿਹੜਾ ਸੂਬੇ ਦੀ ਸਰਕਾਰ ਦਾ ਹੁੰਦਾ ਹੈ। ਠੀਕ ਹੈ, ਤਾਂ ਇਸ ਕੁਐਸਚਨ ਦਾ ਆਨਸਰ ਕੀ ਹੈ? ਆਰਟੀਕਲ 202 ਤੁਸੀਂ ਯਾਦ ਰੱਖਣਾ ਹੈ। ਦੇਖੋ ਯੂਨੀਅਨ ਬਜਟ ਬਾਰੇ ਕਨਸਟੀਟਿਊਸ਼ਨ ਦੇ ਆਰਟੀਕਲ 112 ਦੇ ਵਿੱਚ ਲਿਖਿਆ ਹੋਇਆ ਹੈ। ਸਟੇਟ ਬਜਟ ਦੇ ਬਾਰੇ ਕਨਸਟੀਟਿਊਸ਼ਨ ਦੇ ਆਰਟੀਕਲ 202 ਦੇ ਵਿੱਚ ਲਿਖਿਆ ਹੋਇਆ ਹੈ। ਬਸ ਇਹ ਯਾਦ ਰੱਖਿਓ। ਤੇ ਜਦ ਇੱਥੇ ਯੂਨੀਅਨ ਬਜਟ ਲਿਖਿਆ ਹੋਵੇ ਕੁਐਸਚਨ ਦੇ ਵਿੱਚ ਤਾਂ ਤੁਸੀਂ ਆਰਟੀਕਲ 112 ਕਰਨਾ ਹੈ, ਤੇ ਜਦ ਸਟੇਟ ਬਜਟ ਲਿਖਿਆ ਹੋਇਆ ਹੈ ਤਾਂ ਆਰਟੀਕਲ 202 ਕਰਨਾ ਹੈ। ਠੀਕ ਹੈ, ਬਸ ਇਹ ਯਾਦ ਰੱਖਿਓ। ਕਨਸਟੀਟਿਊਸ਼ਨ ਦੇ ਵਿੱਚ these two articles mention the word budget, this union budget, article 202 state budget। ठीक है, चलो जी नेक्स्ट क्वेश्चन नंबर 5, ਇਹ ਵੀ ਇਕਨੋਮੀ ਤੋਂ ਸੰਬੰਧਿਤ ਹੈ ਪੰਜਾਬ ਦੀ। Consider the following statements. Agriculture sector has the highest share in Punjab GSVA. Industrial sector has the lowest share in Punjab GSVA। देखिए ਤੁਸੀਂ जब इकोनॉमी पढ़ी होगी, वैसे तो सारे ने GDP ਤਾਂ ਸੁਣਿਆ ਹੀ ਹੋਣਾ। GDP ਨੂੰ ਅਸੀਂ ਕੀ ਕਹਿੰਦੇ? ਗ੍ਰੋਸ ਡੋਮੈਸਟਿਕ ਪ੍ਰੋਡਕਟ। ਠੀਕ ਹੈ, ਤੇ ਜਦ ਅਸੀਂ ਪੂਰੇ ਹਿੰਦੁਸਤਾਨ ਦੀ ਗੱਲ ਕਰ ਰਹੇ ਹਾਂ, ਪੂਰੇ ਦੇਸ਼ ਦੀ ਗੱਲ ਕਰ ਰਹੇ ਹਾਂ, ਤਾਂ ਅਸੀਂ ਗੱਲ ਕਰਦੇ ਹਾਂ GDP ਦੀ। ਤੇ ਜੇ ਮੈਂ ਪੰਜਾਬ ਦੀ GDP ਦੇ ਮੇਰੇ ਲਈ ਜ਼ਰੂਰੀ ਹੈ ਪੰਜਾਬ ਦੀ GDP ਜਾਣਨਾ, ਜਾਂ ਹਰਿਆਣਾ ਦੀ GDP ਮੈਂ ਜਾਣਨਾ ਚਾਹੁੰਦਾ, ਜਾਂ ਤਮਿਲਨਾਡੂ ਦੀ GDP ਮੈਂ ਜਾਣਨਾ ਚਾਹੁੰਦਾ, ਸੂਬੇ ਦੀ ਮੈਂ ਕੱਲੀ GDP ਜਾਣਨਾ ਚਾਹੁੰਦਾ, ਤਾਂ I use the word GSDP, gross state domestic product। ठीक है, ਤੇ GDP ਤੋਂ ਹੀ ਜੁੜਿਆ ਹੋਇਆ ਇੱਕ ਹੋਰ ਸ਼ਬਦ, ਇੱਕ ਹੋਰ ਵਰਡ ਹੁੰਦਾ ਹੈ ਜਿਸ ਨੂੰ ਅਸੀਂ ਕਹਿੰਦੇ ਹਾਂ GVA। ਇਹ ਵੀ GDP ਵਰਗਾ ਹੀ ਹੈ। ਠੀਕ ਹੈ, ਕੋਈ ਖਾਸ ਅੰਤਰ ਨਹੀਂ ਹੈ ਇਸ ਦੇ ਵਿੱਚ। GDP ਤੇ GVA, ਦੇਖੋ GVA ਦੀ ਫੁੱਲ ਫਾਰਮ ਹੈ ਗ੍ਰੋਸ ਵੈਲਿਊ ਐਡਿਡ। ਇਹ ਵੀ GDP ਹੀ ਹੁੰਦਾ। ਤੁਸੀਂ ਵੈਸੇ ਇੱਕ ਸਟਲ ਜਿਹਾ ਡਿਫਰੈਂਸ ਹੁੰਦਾ, ਪਰ ਤੁਹਾਡੇ ਲਈ ਇੰਪੋਰਟੈਂਟ ਨਹੀਂ ਹੈ। ਗ੍ਰੋਸ ਵੈਲਿਊ ਐਡਿਡ ਨੂੰ GVA ਕਹਿੰਦੇ ਆ। ਜਦ ਅਸੀਂ GVA ਵਰਡ ਯੂਜ਼ ਕਰਦੇ ਹਾਂ ਤਾਂ ਅਸੀਂ ਗੱਲ ਕਰ ਰਹੇ ਹਾਂ ਪੂਰੇ ਦੇਸ਼ ਦੀ। ਜਦ ਅਸੀਂ GSVA ਵਰਡ ਯੂਜ਼ ਕਰ ਰਹੇ ਹਾਂ ਤਾਂ ਅਸੀਂ ਗੱਲ ਕਰ ਰਹੇ ਹਾਂ ਸਟੇਟ ਦੀ, ਗ੍ਰੋਸ ਸਟੇਟ ਵੈਲਿਊ ਐਡਿਡ। ਤਾਂ ਇਸੇ ਕਰਕੇ ਇੱਥੇ ਲਿਖਿਆ ਹੋਇਆ ਪੰਜਾਬ GSVA। ਬੇਸਿਕਲੀ ਇਹ ਪੁੱਛ ਰਹੇ ਤੁਹਾਡੇ ਤੋਂ ਕਿ ਦੇਖੋ ਪੂਰੀ ਇਕਨੋਮੀ ਨੂੰ ਅਸੀਂ ਤਿੰਨ ਭਾਗਾਂ ਦੇ ਵਿੱਚ ਵੰਡ ਸਕਦੇ ਹਾਂ, ਤਿੰਨ ਸੈਕਟਰਸ ਦੇ ਵਿੱਚ ਵੰਡ ਸਕਦੇ ਹਾਂ, ਐਗਰੀਕਲਚਰ, ਇੰਡਸਟਰੀ, ਸਰਵਿਸਿਜ਼, ਹੈ ਨਾ। ਤਾਂ ਦੱਸੋ ਕਿ ਪੰਜਾਬ ਦੀ ਜਿਹੜੀ GSV ਹੈ ਉਸ ਦੇ ਵਿੱਚ ਸਭ ਤੋਂ ਵੱਧ ਸ਼ੇਅਰ ਕਿਸ ਦਾ ਹੈ? ਐਗਰੀਕਲਚਰ ਦਾ, ਇੰਡਸਟਰੀ ਦਾ ਜਾਂ ਸਰਵਿਸਿਜ਼ ਦਾ? ਤਾਂ ਯਾਦ ਰੱਖਿਓ ਇਹ ਚੀਜ਼, ਐਜ਼ ਪਰ ਦ ਲੇਟੈਸਟ ਡੇਟਾ ਸਭ ਤੋਂ ਵੱਧ ਸ਼ੇਅਰ ਪੰਜਾਬ ਦੀ GSVA ਦੇ ਵਿੱਚ ਸਰਵਿਸਿਜ਼ ਸੈਕਟਰ ਦਾ ਹੈ। ਪੰਜਾਬ ਦੇ 46% ਹੈਗਾ, 46%। ਫਿਰ ਉਦੋਂ ਬਾਅਦ ਨੰਬਰ ਲੱਗਦਾ ਹੈ ਐਗਰੀਕਲਚਰ ਸੈਕਟਰ ਦਾ, ਕੁਝ 28% ਦੇ ਨੇੜੇ ਤੇੜੇ, 28 ਤੋਂ 29%, 28 ਪੁਆਇੰਟ ਸਮਥਿੰਗ। ਤੇ ਸਭ ਤੋਂ ਘੱਟ ਕੰਟਰੀਬਿਊਸ਼ਨ ਪੰਜਾਬ ਦੀ GDP ਦੇ ਵਿੱਚ, ਜਾਂ GSDP ਜਾਂ GSVA ਦੇ ਵਿੱਚ ਹੈਗਾ ਇੰਡਸਟਰੀਅਲ ਸੈਕਟਰ ਦਾ। ਉਹ ਹੈਗਾ ਆਪਣਾ 25%। ਇਹ ਤੁਸੀਂ ਬਸ ਫੈਕਟਸ ਯਾਦ ਰੱਖਣੇ ਆ। ਠੀਕ ਹੈ, ਪੰਜਾਬ ਦੀ ਜਿਹੜੀ ਇਕਨੋਮੀ ਆ ਉਸ ਦੇ ਵਿੱਚ ਇੰਕਰੀਜ਼ਿੰਗ ਡਿਕਰੀਜ਼ਿੰਗ ਆਰਡਰ ਦੇ ਵਿੱਚ ਡਿਫਰੈਂਟ ਸੈਕਟਰਸ ਦੀ ਕੰਟਰੀਬਿਊਸ਼ਨ ਯਾਦ ਰੱਖਣੀ ਹੈ। ਹੁਣ ਕੁਐਸਚਨ ਦੇਖਦੇ ਹਾਂ। ਐਗਰੀਕਲਚਰ ਸੈਕਟਰ ਹੈਜ਼ ਦਾ ਹਾਈਐਸਟ ਸ਼ੇਅਰ ਇਨ ਪੰਜਾਬ GSVA, ਨਾ ਸਰਵਿਸਿਜ਼ ਦਾ ਹੈ, ਤਾਂ ਇਹ ਸਟੇਟਮੈਂਟ ਗਲਤ ਹੋ ਜਾਂਦੀ ਹੈ। ਇੰਡਸਟਰੀਅਲ ਸੈਕਟਰ ਹੈਜ਼ ਦਾ ਲੋਐਸਟ ਸ਼ੇਅਰ ਇਨ ਪੰਜਾਬ GSVA, ਬਿਲਕੁਲ ਸਹੀ, 25% ਹੈ, ਤਾਂ ਇਹ ਸਟੇਟਮੈਂਟ ਸਹੀ ਹੈ। ਆਪਸ਼ਨ ਬਣਦਾ ਹੈ ਓਨਲੀ 2, ਆਨਸਰ ਹੈਗਾ B। ਠੀਕ ਹੈ ਜੀ, ਚਲੋ ਹੁਣ ਅਸੀਂ ਰੁਖ ਕਰਦੇ ਹਾਂ ਹਿਸਟਰੀ ਵੱਲ। ਜਨਰਲੀ ਮੈਂ ਨਾ ਤੁਸੀਂ ਦੇਖੋਗੇ ਕਿ ਪੰਜਾਬ GK ਦੇ ਵਿੱਚ ਮੈਂ ਪੰਜਾਬ ਦੀ ਹਿਸਟਰੀ ਵੱਲ ਜ਼ਿਆਦਾ ਫੋਕਸ ਕਰ ਰਿਹਾ, ਬਿਕੋਜ਼ ਤਕਰੀਬਨ ਜਿੰਨੇ ਵੀ ਪੰਜਾਬ ਗਵਰਨਮੈਂਟ ਜੌਬਸ ਦੇ ਐਗਜ਼ਾਮਸ ਹੁੰਦੇ ਨਾ, ਹਿਸਟਰੀ ਨੂੰ ਲੈ ਕੇ ਠੀਕ ਠਾਕ ਸੈਂਟੀ ਹੈਗੇ ਆ। ਠੀਕ ਹੈ, ਅੱਜ ਮੈਂ ਤੁਹਾਡਾ ਕਾਫੀ ਹੱਦ ਤੱਕ ਨਾ ਇਕਨੋਮੀ ਵਾਲਾ ਪੋਰਸ਼ਨ ਕਰਾ ਚੁੱਕਿਆ ਹੈ। ਠੀਕ ਹੈ, ਤਾਂ ਹੁਣ ਹਿਸਟਰੀ ਵੱਲ ਚੱਲਦੇ ਹਾਂ ਪੰਜਾਬ GK ਦੀ। Consider the following statements regarding ਬਾਬਾ ਬੰਦਾ ਸਿੰਘ ਬਹਾਦਰ ਜੀ।
He was named Gurbakh Singh by Guru Gobind Singh Ji Maharaj. He made Mukhlisgarh, a village in Haryana, as his capital. He was successful in defeating Sayyids and Sheikhs in the Battle of Sadora. ठीक है? Which of the above statements is are correct? Now याद रखियो, ਬਾਬਾ ਬੰਦਾ ਸਿੰਘ ਬਹਾਦਰ ਦਾ ਨਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਗੁਰਬਖਸ਼ ਸਿੰਘ ਹੀ ਰੱਖਿਆ ਸੀ, ਬਟ ਹੀ ਵਾਸ ਪਪੂਲਰਲੀ ਨੋਨ ਐਜ਼ ਬਾਬਾ ਬੰਦਾ ਸਿੰਘ ਬਹਾਦਰ। ਤਾਂ ਦਿਸ ਸਟੇਟਮੈਂਟ ਇਜ਼ ਐਬਸੋਲੂਟਲੀ ਕਰੈਕਟ। ਤੁਸੀਂ ਸਾਰਿਆਂ ਨੂੰ ਪਤਾ ਹੋਣਾ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਜਿਹੜੀ ਕੈਪੀਟਲ ਸਿਟੀ ਸੀਗੀ ਨਾ, ਉਸ ਦਾ ਨਾਂ ਸੀਗਾ ਲੋਹਗੜ੍ਹ। ਇਹ ਲੋਹਗੜ੍ਹ ਹਰਿਆਣਾ ਦੇ ਯਮੁਨਾਨਗਰ ਡਿਸਟ੍ਰਿਕਟ ਦੇ ਵਿੱਚ ਪੈਂਦਾ ਹੈ। ਸੋ ਬਾਬਾ ਬੰਦਾ ਸਿੰਘ ਬਹਾਦਰ ਨੇਮਡ ਇਟ ਲੋਹਗੜ੍ਹ। ਇਟ ਵਾਸ ਨਾਟ ਐਕਚੁਅਲੀ ਲੋਹਗੜ੍ਹ, ਇਟ ਵਾਸ ਕਾਲਡ ਮੁਖਲਿਸਗੜ੍ਹ। ਇਸ ਦਾ ਨਾਮ ਪਹਿਲਾਂ ਮੁਖਲਿਸਗੜ੍ਹ ਸੀਗਾ। ਬਾਬਾ ਬੰਦਾ ਸਿੰਘ ਬਹਾਦਰ ਨੇ ਇਸ ਏਰੀਆ ਨੂੰ ਆਪਣੀ ਕੈਪੀਟਲ ਬਣਾਇਆ ਤੇ ਫਿਰ ਇਸ ਦਾ ਨਾਮ ਚੇਂਜ ਕਰਕੇ ਲੋਹਗੜ੍ਹ ਰੱਖਤਾ। ਸੋ ਦਿਸ ਸਟੇਟਮੈਂਟ ਇਜ਼ ਕਰੈਕਟ। ਠੀਕ ਹੈ? He was successful in defeating Sayyids and Sheikhs in the Battle of Sadora। ਬਿਲਕੁਲ ਸਹੀ ਹੈ। Battle of Sadora ਦੇ ਵਿੱਚ ਇਹਨਾਂ ਨੇ ਸ਼ੇਖਸ ਤੇ ਸੈਯਦਸ ਨੂੰ ਹਰਾਇਆ। ਬਿਲਕੁਲ ਸਹੀ ਸਟੇਟਮੈਂਟ ਹੈਗੀ ਹੈ। ਬੜਾ ਫੇਮਸ ਬੈਟਲ ਆਫ ਸਡੋਰਾ ਸੀਗਾ, ਵੈਰੀ ਪਪੂਲਰ ਵਨ ਆਲਸੋ। ਬਾਬਾ ਬੰਦਾ ਸਿੰਘ ਬਹਾਦਰ ਨੇ ਬਹੁਤ ਸਾਰੀਆਂ ਜੰਗਾਂ ਜਿੱਤੀਆਂ। ਖੈਰ, ਇਸ ਕੁਐਸਚਨ ਦਾ ਆਨਸਰ ਕੀ ਬਣਦਾ? ਦੇਖੋ, ਪਹਿਲੀ ਸਟੇਟਮੈਂਟ ਸਹੀ ਹੈ, ਦੂਜੀ ਸਟੇਟਮੈਂਟ ਸਹੀ ਹੈ, ਤੀਜੀ ਸਟੇਟਮੈਂਟ ਵੀ ਸਹੀ ਹੈ। ਤਾਂ ਇਸੇ ਕਰਕੇ ਆਨਸਰ ਬੈਠਦਾ ਹੈ ਡੀ। ਦੂਜਾ ਸਵਾਲ ਵੀ ਬਾਬਾ ਬੰਦਾ ਸਿੰਘ ਬਹਾਦਰ ਦੇ ਤੋਂ ਸੰਬੰਧਿਤ ਹੀ ਹੈ। ਫਤਿਹ ਬੁਰਜ, a memorial monument in SBS Nagar was built in remembrance of Battle of Chappad Chidi. Battle of Chappad Chidi was fought by Baba Banda Singh Bahadur and he won that battle. ठीक है? Okay. Fateh Burj is a monument that is taller than Qutub Minar of Delhi. Now देखो, Battle of Chappad Chidi was fought between Baba Banda Singh Bahadur and Mughal forces in 1710. And Baba Banda Singh Bahadur was victorious in this battle. ਠੀਕ ਹੈ? ਤੇ ਇਸੇ ਬੈਟਲ ਨੂੰ ਕਮੈਮੋਰੇਟ ਕਰਨ ਲਈ ਰੀਸੈਂਟਲੀ ਹੁਣ ਤਾਂ ਕਾਫੀ ਸਾਲ ਹੋ ਗਏ, ਫਤਿਹ ਬੁਰਜ ਇੱਕ ਮੋਨੂਮੈਂਟ, ਮੈਮੋਰੀਅਲ ਮੋਨੂਮੈਂਟ ਬਣਾਇਆ ਸੀਗਾ SAS ਨਗਰ ਦੇ ਵਿੱਚ, ਮੋਹਾਲੀ ਦੇ ਵਿੱਚ। ਚੱਪੜ ਚਿੜੀ ਦੇ ਵਿੱਚ ਹੀ ਬਣਾਇਆ ਸੀ। ਬੈਟਲ ਆਫ ਚੱਪੜ ਚਿੜੀ ਨੂੰ ਕਮੈਮੋਰੇਟ ਕਰਦੇ ਹੋਏ ਤੁਸੀਂ ਇੱਕ ਮੈਮੋਰੀਅਲ ਮੋਨੂਮੈਂਟ ਬਣਾਇਆ। ਕਈਆਂ ਨੇ ਦੇਖਿਆ ਵੀ ਹੋਣਾ। ਠੀਕ ਹੈ? ਮੋਹਾਲੀ ਦੇ ਵਿੱਚ ਹੀ ਹੈ SAS ਨਗਰ। SBS ਨਗਰ, ਸ਼ਹੀਦ ਭਗਤ ਸਿੰਘ ਨਗਰ ਨਹੀਂ ਹੈਗਾ, ਇਹ ਨਵਾਂ ਸ਼ਹਿਰ ਨਹੀਂ ਹੈ। ਠੀਕ ਹੈ? ਤਾਂ ਪਹਿਲੀ ਸਟੇਟਮੈਂਟ ਗਲਤ ਹੋ ਜਾਂਦੀ ਹੈ ਬਿਕੋਜ਼ ਆਫ SBS ਨਗਰ। ਫਤਿਹ ਬੁਰਜ ਇਜ਼ ਟਾਲਰ ਦੈਨ ਕੁਤੁਬ ਮੀਨਾਰ, ਬਿਲਕੁਲ ਸਹੀ ਸਟੇਟਮੈਂਟ ਹੈ। ਕਾਫੀ ਟਾਲ ਹੈ, ਵਨ ਆਫ ਦ ਟਾਲੈਸਟ। 100 ਮੀਟਰ ਦੀ ਹਾਈਟ ਹੈਗੀ ਹੈ ਇਸ ਦੀ, 100 ਮੀਟਰਸ ਦੀ। ਠੀਕ ਹੈ? ਸੋ ਇਸ ਦਾ ਆਪਣਾ ਆਨਸਰ ਬਣਦਾ ਹੈ ਓਨਲੀ 2। ਕਲੀਅਰ? ਚਲੋ ਅੱਗੇ ਚੱਲਦੇ ਹਾਂ। ਮਹਾਰਾਜਾ ਰਣਜੀਤ ਸਿੰਘ ਦਾ ਸਵਾਲ ਆ ਗਿਆ। Which of the following area of pre-1947 ਪੰਜਾਬ, ਯਾਨੀ ਕਿ ਉਹ ਪੰਜਾਬ ਜਿਹੜਾ ਇੰਡੀਆ ਦੇ ਵਿੱਚ ਹੈਗਾ ਤੇ ਪਾਕਿਸਤਾਨ ਚਲਾ ਗਿਆ। pre-1947 ਪੰਜਾਬ was never captured by ਮਹਾਰਾਜਾ ਰਣਜੀਤ ਸਿੰਘ ਸਿੱਖ empire। 4 ਆਪਸ਼ਨਸ ਦੇ ਵਿੱਚ ਕਿਹੜਾ ਏਰੀਆ ਹੈਗਾ ਜਿਹੜਾ ਮਹਾਰਾਜਾ ਰਣਜੀਤ ਸਿੰਘ ਦੇ ਸਿੱਖ empire ਨੇ ਕਦੇ ਵੀ ਫਤਿਹ ਨਹੀਂ ਕੀਤਾ? ਮੁਲਤਾਨ, ਕਸੂਰ, ਬਹਾਵਲਪੁਰ, ਗੁਜਰਾਂਵਾਲਾ। ਦੇਖੋ, ਕੱਲ ਪਰਸੋਂ ਮੇਰੇ ਖਿਆਲ ਆਪਾਂ ਗੱਲ ਕਰੀ ਹੈ ਬੈਟਲ ਆਫ ਕਸੂਰ ਬਾਰੇ, ਤਾਂ ਕਸੂਰ ਤਾਂ ਇਹਨਾਂ ਦਾ ਸੀਗਾ। ਮੁਲਤਾਨ ਨੂੰ ਵੀ ਕਬਜ਼ਾ ਕਰ ਲਿਆ ਸੀ ਮਹਾਰਾਜਾ ਰਣਜੀਤ ਸਿੰਘ ਨੇ। ਗੁਜਰਾਂਵਾਲਾ ਤਾਂ ਬਿਲਕੁਲ ਹੀ ਨੇੜੇ ਸੀਗਾ, ਠੀਕ ਹੈ, ਲਾਹੌਰ ਦੇ, ਤਾਂ ਉਹ ਤਾਂ ਕਬਜ਼ਾ ਕਰ ਹੀ ਲਿਆ ਸੀ। ਬਹਾਵਲਪੁਰ ਕਦੇ ਵੀ ਕਬਜ਼ਾ ਨਹੀਂ ਸਕੇ ਤੇ ਬਹਾਵਲਪੁਰ ਅੱਜ ਵੀ ਪਾਕਿਸਤਾਨ ਦੇ ਪੰਜਾਬ ਦਾ ਹਿੱਸਾ ਹੈ। ਠੀਕ ਹੈ? ਬਹਾਵਲਪੁਰ ਬਿਲਕੁਲ ਪਾਕਿਸਤਾਨ ਦੇ ਵਿੱਚ ਨਾ, ਬਹਾਵਲਪੁਰ ਨੂੰ ਸਾਊਥ ਪੰਜਾਬ ਕਹਿੰਦੇ ਆ ਤੇ ਬਹਾਵਲਪੁਰ ਦਾ ਬਾਰਡਰ ਲੱਗਦਾ ਰਾਜਸਥਾਨ ਨਾਲ, ਇੰਡੀਆ ਦੇ ਰਾਜਸਥਾਨ ਨਾਲ। ਬਿਲਕੁਲ ਸਦਰਨਮੋਸਟ, ਆਲਮੋਸਟ ਸਦਰਨਮੋਸਟ ਟਿਪ ਹੈਗੀ ਹੈ ਬਹਾਵਲਪੁਰ ਡਿਸਟ੍ਰਿਕਟ ਪੰਜਾਬ ਦੀ। ਇਹ ਮਹਾਰਾਜਾ ਰਣਜੀਤ ਸਿੰਘ ਕਦੇ ਵੀ ਫਤਿਹ ਨਹੀਂ ਕਰ ਸਕੇ। ਇਹ ਟਰਾਈ ਜ਼ਰੂਰ ਕੀਤੀ ਸੀ ਇਹਨਾਂ ਨੇ, ਆਈ ਗੈਸ 1809 ਦੇ ਵਿੱਚ, ਜਦ ਮੁਲਤਾਨ ਦੀ ਸੀਜ ਲਾਈ ਸੀ ਨਾ, 1807 ਦੇ ਵਿੱਚ। ਹਾਂ, ਸੀਜ ਆਫ ਬਹਾਵਲਪੁਰ, ਇਹ ਯਾਦ ਰੱਖਿਓ। ਸੀਜ ਆਫ ਬਹਾਵਲਪੁਰ, ਮੁਲਤਾਨ ਦੀ ਵੀ ਸੀਜ ਲਾਈ ਸੀ ਤੇ ਬਹਾਵਲਪੁਰ ਨੂੰ ਵੀ ਕੋਸ਼ਿਸ਼ ਕੀਤੀ ਸੀਗੀ, ਬਟ ਉਹ ਸਕਸੈਸਫੁਲ ਨਹੀਂ ਹੋਈ, ਲੰਬੀ ਚਲੀ ਗਈ ਸੀ ਸੀਜ। ਖੈਰ, 1807 ਦੇ ਵਿੱਚ ਟਰਾਈ ਕੀਤੀ ਸੀ, ਫਿਰ ਉਸ ਤੋਂ ਬਾਅਦ ਟ੍ਰੀਟੀ ਰਿਲੇਸ਼ਨਸ ਕਰ ਲਏ ਤੇ ਫ੍ਰੈਂਡਲੀ ਰਿਲੇਸ਼ਨਸ ਬਣਾਤੇ, ਬਟ ਬਹਾਵਲਪੁਰ ਵਾਸ ਨੈਵਰ conquered by ਮਹਾਰਾਜਾ ਰਣਜੀਤ ਸਿੰਘ ਫੋਰਸਸ। ਤਾਂ ਜਿਹੜਾ ਪੰਜਾਬ ਦਾ ਹਿੱਸਾ ਹੈ ਸਦਰਨ ਪੰਜਾਬ ਦਾ, ਬਹਾਵਲਪੁਰ, ਉਹ ਨਹੀਂ ਕਦੇ ਕਬਜ਼ਾ ਸਕੇ ਸੀ ਮਹਾਰਾਜਾ ਰਣਜੀਤ ਸਿੰਘ। ਬਾਕੀ ਸਾਰੀਆਂ ਥਾਵਾਂ ਕਬਜ਼ਾ ਲਈ ਸੀ। ਇਨਫੈਕਟ
ਤੁਹਾਨੂੰ ਪਤਾ ਹੈ ਪਾਕਿਸਤਾਨ ਦਾ ਕਾਫੀ ਹੱਦ ਤੱਕ ਜਿਹੜਾ ਹਿੱਸਾ ਹੈ ਜਿਸ ਦਾ ਬਾਰਡਰ ਅਫਗਾਨਿਸਤਾਨ ਨਾਲ ਲੱਗਦਾ ਹੈ, ਠੀਕ ਹੈ, ਉਹ ਅਫਗਾਨਿਸਤਾਨ ਕਲੇਮ ਕਰਦਾ ਸਾਡੀ ਟੈਰੀਟਰੀ ਹੈ। ਪਾਕਿਸਤਾਨ ਦਾ ਇੱਕ ਪ੍ਰੋਵਿੰਸ ਹੈਗਾ ਪੰਜਾਬ ਦੇ ਬਿਲਕੁਲ ਵੈਸਟਰਨ ਸਾਈਡ ਦੇ ਵਿੱਚ ਪਾਕਿਸਤਾਨ ਦੀ ਇੱਕ ਸਟੇਟ ਹੈ ਜਿਸ ਦਾ ਨਾਮ ਹੈ KP, ਖੈਬਰ ਪਖਤੂਨਖਵਾ, KPK, ਖੈਬਰ ਪਖਤੂਨਖਵਾ, ਠੀਕ ਹੈ। ਇਹ ਪਸ਼ਤੂਨ ਪ੍ਰੋਵਿੰਸ ਹੈ ਪਾਕਿਸਤਾਨ ਦਾ, ਤੇ ਪਾਕਿਸਤਾਨ ਦੇ ਕਬਜ਼ੇ ਦੇ ਵਿੱਚ ਕਦੇ ਵੀ ਨਹੀਂ ਆਣਾ ਸੀ। ਇਹ ਅਫਗਾਨਿਸਤਾਨ ਨਾ ਇਸ ਨੂੰ ਆਪਣੀ ਟੈਰੀਟਰੀ ਮੰਨਦਾ ਹੈ, ਠੀਕ ਹੈ। ਆਲ ਕ੍ਰੈਡਿਟ ਟੂ ਮਹਾਰਾਜਾ ਰਣਜੀਤ ਸਿੰਘ। ਮਹਾਰਾਜਾ ਰਣਜੀਤ ਸਿੰਘ ਨੇ ਅਫਗਾਨੀਆਂ ਤੋਂ ਇਹ ਏਰੀਆ ਲੈ ਲਿਆ ਸੀ, ਠੀਕ ਹੈ। ਬੈਟਲ ਆਫ ਜਮਰੂਦ ਹੋਇਆ ਹੈ, ਬਹੁਤ ਸਾਰੇ ਬੈਟਲਸ ਹੋਏ ਹੈ, ਪਿਸ਼ਾਵਰ, ਬੈਟਲ ਆਫ ਪਿਸ਼ਾਵਰ ਹੋਇਆ ਹੈ, ਠੀਕ ਹੈ। ਪਿਸ਼ਾਵਰ, ਜਮਰੂਦ ਅਫਗਾਨਿਸਤਾਨ ਦਾ ਹਿੱਸਾ ਸੀ। ਮਹਾਰਾਜਾ ਰਣਜੀਤ ਸਿੰਘ ਨੇ ਇਹ ਏਰੀਆ ਅਫਗਾਨਿਸਤਾਨ ਦਾ ਲੈ ਲਿਆ, ਆਪਣੇ ਅੰਪਾਇਰ ਦੇ ਵਿੱਚ ਰੱਖ ਲਿਆ। ਫਿਰ ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਤੋਂ ਅੰਪਾਇਰ ਲੈ ਲਿਆ ਆਪਣਾ ਬ੍ਰਿਟਿਸ਼ਰਸ ਨੇ। ਫਿਰ ਬ੍ਰਿਟਿਸ਼ਰਸ ਦੇ ਬਾਅਦ ਜਦ ਦੇਸ਼ ਦੀ ਵੰਡ ਹੋਈ ਫਿਰ ਉਹ ਪਾਕਿਸਤਾਨ ਕੋਲ ਚਲਾ ਗਿਆ, ਠੀਕ ਹੈ। ਸੋ ਇਟ ਵਾਸ ਬਿਕੋਜ਼ ਆਫ ਮਹਾਰਾਜਾ ਰਣਜੀਤ ਸਿੰਘ ਦੈਟ ਦਿਸ ਏਰੀਆ ਵੈਂਟ ਟੂ ਪਾਕਿਸਤਾਨ, ਵਰਨਾ ਅਫਗਾਨਿਸਤਾਨ ਦਾ ਹਿੱਸਾ ਸੀਗਾ। ਖੈਰ ਕਾਫੀ ਅਫਗਾਨਿਸਤਾਨ ਦਾ ਏਰੀਆ ਲੈ ਲਿਆ ਸੀ, ਜਮਰੂਦ, ਪਿਸ਼ਾਵਰ ਵਗੈਰਾ ਵਗੈਰਾ ਵਗੈਰਾ, ਤੇ ਦੁਰਾਨੀ ਅੰਪਾਇਰ ਦੀ ਠੀਕ ਠਾਕ ਬੈਂਡ ਵਜਾਈ, ਬਹਾਵਲਪੁਰ ਨਹੀਂ ਲੈ ਸਕੇ। ਖੈਰ ਚਲੋ ਨੈਕਸਟ, consider the following statements regarding Fariduddin Masood Ganj Shakhar. He was 13th century Sufi saint of Suharwardi silsila. He established a Jama Khana at Ajodhan in 1235. ਤੇ Fariduddin Masood Ganj Shakhar is Baba Farid, ਠੀਕ ਹੈ। ਬਾਬਾ ਫਰੀਦ ਸੀਗੇ। ਨਾਓ ਬਾਬਾ ਫਰੀਦ ਬਾਰੇ ਤੁਹਾਨੂੰ ਐਕਸਟਰਾ ਇਨਫੋਰਮੇਸ਼ਨ ਮੈਂ ਦੇ ਦਿੰਦਾ। ਬਾਬਾ ਫਰੀਦ ਵਾਸ ਬੋਰਨ ਇਨ 1188 ਇਨ ਕੋਠੇਵਾਲ, ਮੁਲਤਾਨ ਦੇ ਕੋਲ ਇੱਕ ਜਗ੍ਹਾ ਹੈਗੀ ਹੈ ਕੋਠੇਵਾਲ, ਉੱਥੇ ਬੋਰਨ ਹੋਏ ਸੀ, ਠੀਕ ਹੈ। ਇਹਨਾਂ ਨੇ ਮੁਲਤਾਨ ਵਗੈਰਾ ਦੇ ਵਿੱਚ ਆਪਣੀ ਐਜੂਕੇਸ਼ਨ ਪ੍ਰਾਪਤ ਕੀਤੀ ਸੀ। ਫਿਰ ਉਸ ਤੋਂ ਬਾਅਦ ਹੀ ਕੇਮ ਇਨਟੂ ਕੰਟੈਕਟ ਵਿਦ ਅ ਵੈਰੀ ਫੇਮਸ ਸੂਫੀ ਸੇਂਟ ਕਾਲਡ ਕੁਤੁਬਉਦੀਨ ਬਖਤਿਆਰ ਕਾਕੀ। ਦਿੱਲੀ ਦੇ ਵਿੱਚ ਬੜੇ ਪਪੂਲਰ ਸੀਗੇ ਕੁਤੁਬਉਦੀਨ ਬਖਤਿਆਰ ਕਾਕੀ, ਤੇ ਬਾਬਾ ਫਰੀਦ ਨੇ ਇਹਨਾਂ ਨੂੰ ਆਪਣਾ ਗੁਰੂ ਮੰਨ ਲਿਆ ਸੀ, ਠੀਕ ਹੈ। ਤੇ ਕੁਤੁਬਉਦੀਨ ਬਖਤਿਆਰ ਕਾਕੀ ਵਾਸ ਅ ਸੂਫੀ ਸੇਂਟ ਆਫ ਚਿਸ਼ਤੀ ਸਿਲਸਿਲਾ। ਮੋਇਨੁਦੀਨ ਚਿਸ਼ਤੀ ਦੇ ਹੀ ਇਹ ਸਿਲਸਿਲਾ ਨੂੰ ਫੋਲੋ ਕਰ ਰਹੇ ਸੀ। ਤਾਂ ਕੁਤੁਬਉਦੀਨ ਬਖਤਿਆਰ ਕਾਕੀ ਦੇ ਜਿਹੜੇ ਮੁਰੀਦ ਹੋਣਗੇ, ਠੀਕ ਹੈ, ਉਹ ਹੋਣਗੇ ਬਾਬਾ ਫਰੀਦ। ਤੇ ਜੇ ਕੁਤੁਬਉਦੀਨ ਬਖਤਿਆਰ ਕਾਕੀ ਚਿਸ਼ਤੀ ਸਿਲਸਿਲਾ ਦੇ ਹੈਗੇ ਤਾਂ ਬਾਬਾ ਫਰੀਦ ਵੀ ਚਿਸ਼ਤੀ ਸਿਲਸਿਲਾ ਦੇ ਹੀ ਸੀਗੇ। ਤਾਂ ਪਹਿਲੀ ਵਾਲੀ ਸਟੇਟਮੈਂਟ ਸੁਹਰਵਰਦੀ ਵਰਡ ਕਰਕੇ ਗਲਤ ਹੋ ਜਾਂਦੀ ਹੈ। ਹੀ ਵਾਸ ਅ 13th century Sufi saint, yes, but he was from ਚਿਸ਼ਤੀ ਸਿਲਸਿਲਾ, not ਸੁਹਰਵਰਦੀ ਸਿਲਸਿਲਾ, ਠੀਕ ਹੈ, ਕਲੀਅਰ। ਅੱਛਾ, ਬਾਬਾ ਫਰੀਦ ਨੇ ਨਾ ਆਪਣਾ ਠੀਕ ਠਾਕ ਟਰੈਵਲ ਕਰਨ ਤੋਂ ਬਾਅਦ ਆਫਟਰ ਦ ਡੈਥ ਆਫ ਕੁਤੁਬਉਦੀਨ ਬਖਤਿਆਰ ਕਾਕੀ ਇਨ 1235 ਹੀ ਸੈਟਲਡ ਇਨ ਅਜੋਧਨ। ਇਹ ਵੀ ਏਰੀਆ ਪਾਕਿਸਤਾਨ ਦੇ ਪੰਜਾਬ ਦੇ ਵਿੱਚ ਹੀ ਆ, ਅੱਜ ਇਹਨੂੰ ਪਾਕਪਟਨ ਕਹਿੰਦੇ ਆ, ਠੀਕ ਹੈ, ਪਰ ਉਸ ਵੇਲੇ ਅਜੋਧਨ ਕਹਿੰਦੇ ਸੀ। ਤਾਂ ਅਜੋਧਨ ਚ ਜਾ ਕੇ ਇਹਨਾਂ ਨੇ ਜਮਾਖਾਨਾ ਬਣਾਇਆ, ਠੀਕ ਹੈ, 1235 ਦੇ ਵਿੱਚ। ਤਾਂ ਦਿਸ ਸਟੇਟਮੈਂਟ ਇਜ਼ ਕਰੈਕਟ, ਬਿਲਕੁਲ ਕਰੈਕਟ, ਠੀਕ ਹੈ। ਤਾਂ ਇਸ ਕੁਐਸਚਨ ਦੇ ਹਿਸਾਬ ਨਾਲ ਸਾਡਾ ਆਨਸਰ ਬਣਦਾ ਹੈ B। 13th century ਸੂਫੀ ਸੇਂਟ ਸੀਗੇ, ਚਿਸ਼ਤੀ ਸਿਲਸਿਲਾ ਦੇ ਸੀਗੇ, ਠੀਕ ਹੈ। ਤੇ ਹਾਂ, ਬਾਬਾ ਫਰੀਦ ਬਾਰੇ ਤੁਹਾਨੂੰ ਇੱਕ ਦੋ ਇਨਫੋਰਮੇਸ਼ਨ ਹੋਰ ਪਤਾ ਹੋਣੀ ਚਾਹੀਦੀ ਹੈ। that ਬਾਬਾ ਫਰੀਦ's hymns 123 ਔਰ 134 hymns ਉਹਨਾਂ ਦੀ ਕੰਪੋਜੀਸ਼ਨਸ, ਹਿਸਟੋਰੀਅਨਸ ਦੇ ਵਿੱਚ ਨਾ ਇਸ ਨੂੰ ਲੈ ਕੇ ਡਿਬੇਟ ਹੈ। ਜਾਂ ਤਾਂ ਕੁਝ ਹਿਸਟੋਰੀਅਨਸ ਕਹਿੰਦੇ 123 ਹਿਮਸ ਹੈਗੇ, ਕੁਝ ਕਹਿੰਦੇ 134 ਹਿਮਸ। 134 ਔਰ 123 ਹਿਮਸ ਆਰ ਮੈਂਸ਼ਨਡ ਇਨ ਗੁਰੂ ਗ੍ਰੰਥ ਸਾਹਿਬ, ਠੀਕ ਹੈ। ਗੁਰੂ ਅਰਜਨ ਦੇਵ ਜੀ ਨੇ ਜਦ ਆਦਿ ਗ੍ਰੰਥ ਦੀ ਸਥਾਪਨਾ ਕੀਤੀ ਸੀ ਤਾਂ ਉਹਨਾਂ ਨੇ ਬਾਬਾ ਫਰੀਦ ਦੇ ਕੁਝ ਕੰਪੋਜੀਸ਼ਨ ਸੀਗੀ ਉਹ ਗੁਰੂ ਆਦਿ ਗ੍ਰੰਥ ਦੇ ਵਿੱਚ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪਾਤੀ ਸੀਗੀ, ਠੀਕ ਹੈ। ਤਾਂ his compositions are, Baba Farid's compositions are mentioned in ਗੁਰੂ ਗ੍ਰੰਥ ਸਾਹਿਬ। 123 ਜਾਂ 134 ਹਿਮਸ ਹੈਗੇ ਉਹਨਾਂ ਦੇ, ਠੀਕ ਹੈ। ਤੇ ਜਿਹੜਾ ਆਪਣਾ ਫਰੀਦਕੋਟ ਡਿਸਟ੍ਰਿਕਟ ਹੈਗਾ, ਫਰੀਦਕੋਟ ਸ਼ਹਿਰ ਹੈਗਾ, ਉਹ ਵੀ ਇਹਨਾਂ ਦੇ ਨਾਂ ਦੇ ਉੱਤੇ ਹੀ ਹੈ,
ਠੀਕ ਹੈ। ਇਸ ਏਰੀਆ ਦਾ ਨਾਂ ਕੁਝ ਹੋਰ ਸੀਗਾ। ਬਾਅਦ ਦੇ ਵਿੱਚ ਇਸ ਏਰੀਆ ਦੇ ਰਾਜਾ ਨੇ ਇਹਨਾਂ ਨੂੰ ਮੈਡੀਟੇਸ਼ਨ ਕਰਦਾ ਵੇਖ ਲਿਆ। ਇਹ ਗਏ ਸੀ ਫਰੀਦਕੋਟ, ਜਿਹੜਾ ਅੱਜ ਦਾ ਫਰੀਦਕੋਟ ਦਾ ਏਰੀਆ, ਬਾਬਾ ਫਰੀਦ ਉੱਥੇ ਗਏ ਤਾਂ ਉਹਨਾਂ ਨੇ 40 ਦਿਨ ਮੈਡੀਟੇਸ਼ਨ ਕੀਤੀ ਠੀਕ ਠਾਕ, ਮਤਲਬ ਬਹਿ ਗਏ ਸੀ, ਨਾ ਖਾਣਾ ਨਾ ਪੀਣਾ। ਤੇ ਇਸ ਚੀਜ਼ ਤੋਂ ਇੰਪ੍ਰੈਸ ਹੋ ਕੇ ਉੱਥੇ ਦਾ ਜਿਹੜਾ ਰਾਜਾ ਸੀਗਾ ਉਹਨਾਂ ਨੇ ਉਸ ਏਰੀਆ ਨੂੰ ਹੀ ਫਰੀਦਕੋਟ ਕਹਿਤਾ। ਠੀਕ ਹੈ, ਇਸੇ ਕਰਕੇ ਫਰੀਦਕੋਟ ਦਾ ਨਾਮ ਫਰੀਦਕੋਟ ਹੈਗਾ। ਖੈਰ ਇਸ ਕੁਐਸਚਨ ਦਾ ਆਨਸਰ ਸੀਗਾ ਬੀ। ਤੇ ਲਾਸਟ ਆਪਣਾ ਕੁਐਸਚਨ ਜਿਹੜਾ ਬਣਦਾ ਉਹ ਹੈਗਾ ਬਾਬਾ ਸੋਹਣ ਸਿੰਘ ਭਾਖੜਾ ਤੋਂ ਸੰਬੰਧਿਤ। Baba, consider the following statements regarding Baba Sohan Singh Pakhna. He was one of the founding members of Gadar Party. He served 16 years in jail under Lahore conspiracy trial. He was actively involved with Kisan Sabha movement. ठीक है? Now, ਬਾਬਾ ਸੋਹਣ ਸਿੰਘ ਭਾਖੜਾ ਕੌਣ ਸੀਗੇ? ਬਾਬਾ ਸੋਹਣ ਸਿੰਘ ਭਾਖੜਾ ਇੱਕ ਗਦਰੀ ਬਾਬੇ ਸੀਗੇ ਤੇ ਇਹਨਾਂ ਨੇ ਬਾਕੀ ਸਾਥੀਆਂ ਦੇ ਨਾਲ ਮਿਲ ਕੇ 1911 ਦੇ ਵਿੱਚ ਗਦਰ ਪਾਰਟੀ ਦੀ ਸਥਾਪਨਾ ਕੀਤੀ ਸੀ। ਤੇ ਗਦਰ ਪਾਰਟੀ ਦਾ ਏਮ ਕੀ ਸੀਗਾ? ਗਦਰ ਪਾਰਟੀ ਦਾ ਏਮ ਸੀਗਾ that ਇੱਕ ਆਰਮਡ ਰਿਬੈਲੀਅਨ ਹੋ ਜਾਵੇ ਹਿੰਦੁਸਤਾਨ ਦੇ ਵਿੱਚ। ਤਾਂ ਇਹਨਾਂ ਦਾ ਕੰਮ ਸੀਗਾ ਕਿ ਜਿਹੜੀ ਬ੍ਰਿਟਿਸ਼ ਇੰਡੀਅਨ ਆਰਮੀ ਹੈ ਉਸਦੇ ਜਿੰਨੇ ਵੀ ਇੰਡੀਅਨ ਫੌਜੀ ਹੈ ਉਹਨਾਂ ਨੂੰ ਕਨਵਿੰਸ ਕੀਤਾ ਜਾਵੇ ਕਿ ਉਹ ਰਿਬੈਲ ਕਰ ਦੇਣ ਆਪਣੇ ਇੰਗਲਿਸ਼ ਮਾਸਟਰਸ ਦੇ ਸਾਹਮਣੇ। ਠੀਕ ਹੈ, ਰਿਬੈਲੀਅਨ ਇਹਨਾਂ ਨੇ ਕਰਨੀ ਸੀ ਤਾਂ ਇਹਨਾਂ ਨੇ ਕਾਫੀ ਕੰਮ ਕੀਤਾ ਪੰਜਾਬ ਦੇ ਵਿੱਚ, ਬਾਹਰ ਵੀ। ਤਾਂ ਬਾਬਾ ਸੋਹਣ ਸਿੰਘ ਭਾਖੜਾ ਗਦਰੀ ਬਾਬੇ ਸੀਗੇ ਜਿਹੜੇ ਪੰਜਾਬ ਦੇ ਵਿੱਚ ਰਿਬੈਲੀਅਨ ਕਰਵਾ ਰਹੇ ਸੀ। ਤਾਂ ਬ੍ਰਿਟਿਸ਼ਰਸ ਨੇ 1915 ਦੇ ਵਿੱਚ ਇਹਨਾਂ ਨੂੰ ਫੜ ਲਿਆ ਤੇ ਇਹਨਾਂ ਨੂੰ ਟਰਾਈ ਕੀਤਾ ਅੰਡਰ ਲਾਹੌਰ ਕਨਸਪੀਰੇਸੀ ਟ੍ਰਾਇਲ। ਗਦਰ ਕਨਸਪੀਰੇਸੀ ਟ੍ਰਾਇਲ ਵੀ ਕਹਿੰਦੇ, ਲਾਹੌਰ ਕਨਸਪੀਰੇਸੀ ਟ੍ਰਾਇਲ। ਤੇ ਉਸ ਟ੍ਰਾਇਲ ਦੇ ਵਿੱਚ ਇਹਨਾਂ ਨੂੰ ਗਿਲਟੀ ਕਰਾਰ ਦਿੱਤਾ ਸੀ ਤੇ ਉਹਦੇ ਕਰਕੇ ਇਹਨਾਂ ਨੂੰ ਕੁਝ 16 ਸਾਲ ਦੀ ਸਜ਼ਾ ਹੋਈ। 16 ਸਾਲਾਂ ਦੇ ਬਾਅਦ 1930 ਦੇ ਨੇੜੇ ਤੇੜੇ ਹੀ ਕੇਮ ਆਊਟ ਐਂਡ ਹੀ ਐਸੋਸੀਏਟਡ ਹਿਮਸੈਲਫ ਵਿਦ ਕਿਸਾਨ ਸਭਾ ਮੂਵਮੈਂਟ। ਉਦੋਂ ਬਾਅਦ ਇਹ ਕਿਸਾਨ ਸਭਾ ਨਾਲ ਜੁੜ ਗਏ। ਠੀਕ ਹੈ, ਬਟ ਟਿਲ 1950 ਹੀ ਠੀਕ ਠਾਕ ਟਾਕਡ ਅਬਾਊਟ ਰੈਵੋਲੂਸ਼ਨ ਇਨ ਇੰਡੀਆ, ਆਰਮਡ ਰੈਵੋਲੂਸ਼ਨ ਇਨ ਇੰਡੀਆ। ਤੇ ਇਹਨਾਂ ਦਾ ਕੰਮ ਕੀ ਸੀਗਾ ਕਿ ਭੜਕਾਣਾ ਆਪਾਂ ਜਿਹੜੇ ਇੰਡੀਅਨ ਆਰਮੀ, ਬ੍ਰਿਟਿਸ਼ ਇੰਡੀਅਨ ਆਰਮੀ ਦੇ ਸੋਲਜਰਸ ਆ, ਉਹਨਾਂ ਦੇ ਵਿੱਚ ਦੇਸ਼ ਭਗਤੀ ਜਗਾਣੀ ਹੈ ਕਿ ਤੁਸੀਂ ਯਾਰ ਕਿਉਂ ਅੰਗਰੇਜ਼ਾਂ ਦੇ ਹੁਕਮ ਮੰਨ ਰਹੇ ਹੋ, ਤੁਸੀਂ ਰਿਬੈਲ ਕਰ ਦਿਓ। ਇਹ ਸੀਗਾ ਤੇ ਬ੍ਰਿਟਿਸ਼ਰਸ ਨੇ ਫੜ ਲਿਆ ਸੀ। ਫਿਰ ਉਦੋਂ ਬਾਅਦ ਹੀ ਵਾਸ ਟ੍ਰਾਈਡ ਐਂਡ ਸੈਂਟੈਂਸ, ਦੈਨ ਹੀ ਕੇਮ ਆਊਟ and he started he got associated with Kisan Sabha movement. ठीक है, so he was one of the founding members of Gadar party. Yes, he served 16 years in jail under Lahore conspiracy trial. बिल्कुल सही। Actively involved in Kisan Sabha movement. बिल्कुल सही। चलो एक और मैं extra information ਤੁਹਾਨੂੰ ਦੇ ਦਿੰਦਾ। ਦੇਖੋ ਬਾਬਾ ਸੋਹਣ ਸਿੰਘ ਭਾਖੜਾ ਦਾ ਜਿਹੜਾ ਜਨਮ ਹੋਇਆ ਸੀ ਉਹ 1870 ਦੇ ਵਿੱਚ ਹੋਇਆ ਸੀ। ਯੈਸ, ਤੇ ਉਹਨਾਂ ਦਾ ਜਨਮ ਹੋਇਆ ਸੀ ਖੁਤਰਾਏ ਖੁਰਦ, ਇੱਕ ਥਾਂ ਹੈਗੀ ਆ ਅੰਮ੍ਰਿਤਸਰ ਦੇ ਕੋਲ, ਬਿਲਕੁਲ ਅੰਮ੍ਰਿਤਸਰ ਡਿਸਟ੍ਰਿਕਟ ਦੇ ਵਿੱਚ ਹੀ ਪੈਂਦੀ ਹੈ ਖੁਤਰਾਏ ਖੁਰਦ। ਠੀਕ ਹੈ, ਅੰਮ੍ਰਿਤਸਰ ਦੇ ਬਿਲਕੁਲ ਨੇੜੇ ਹੀ ਹੈ। ਖੁਤਰਾਏ ਖੁਰਦ ਦੇ ਵਿੱਚ ਇਹਨਾਂ ਦਾ ਜਨਮ ਹੋਇਆ ਸੀ and he died in 1968 Indian independence ਦੇ ਬਾਅਦ। he was 98 years old ਬਾਬਾ ਸੋਹਣ ਸਿੰਘ ਭਾਖੜਾ ਤੇ he died in ਅੰਮ੍ਰਿਤਸਰ। ਠੀਕ ਹੈ, ਤਾਂ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਠੀਕ ਹੈ ਜੀ, ਤੇ ਇਸੇ ਦੇ ਨਾਲ ਆਪਣੇ ਅੱਜ ਦੇ MCQs ਖਤਮ ਹੁੰਦੇ ਆ। ਆਈ ਸੋ ਹੋਪ ਦੈਟ ਯੂ ਇੰਜੋਇਡ ਦਾ ਸੈਸ਼ਨ। ਮੈਨੂੰ ਉਮੀਦ ਹੈ ਕਿ ਤੁਹਾਡੇ ਕੰਮ ਆਉਣਗੇ। ਠੀਕ ਹੈ, ਤੇ ਜੇ ਤੁਸੀਂ ਇਸ ਲੈਕਚਰ ਸੀਰੀਜ਼ ਨੂੰ, ਇਸ ਮੈਰਾਥਨ ਲੈਕਚਰ ਸੀਰੀਜ਼ ਨੂੰ ਆਪਣੀ ਡੇਲੀ ਰੂਟੀਨ ਦਾ ਹਿੱਸਾ ਬਣਾ ਲੈਂਦੇ ਹੋ, ਡੈਫੀਨੇਟਲੀ ਤੁਹਾਨੂੰ ਬਹੁਤ ਬੈਨੀਫਿਟ ਹੋਣਾ ਹੈ ਇਸ ਦਾ। ਠੀਕ ਹੈ, ਤਾਂ ਮੇਕ ਦਿਸ ਅ ਪਾਰਟ ਆਫ ਯੋਰ ਡੇਲੀ ਰੂਟੀਨ। ਆਲਰਾਈਟ, ਚਲੋ ਜੀ, ਚੰਗਾ ਫਿਰ। ਧੰਨਵਾਦ ਸਾਰਿਆਂ ਨੂੰ ਤੇ ਸਤਿ ਸ਼੍ਰੀ ਅਕਾਲ। ਥੈਂਕ ਯੂ।